ਗੁਰਬਾਣੀ ਅਨੁਸਾਰ ਮਾਇਆ ਹੈ ਕੀ? ਮਾਇਆ ਉਹ ਅਵਿਦਿਆ ਹੈ ਜਿਸ ਕਰਕੇ ਦੁਨਿਆਵੀ ਪਦਾਰਥ ਤੇ ਸਰੀਰਕ ਜੀਵਨ ਸੱਤ ਪ੍ਰਤੀਤ ਹੁੰਦੇ ਹਨ। ਸੰਸਾਰ ਨਾਲ ਮੋਹ ਪੈਦਾ ਹੋ ਜਾਂਦਾ ਹੈ, ਜਿਸ ਕਰਕੇ ਜੀਵ ਨੂੰ ਆਪਣੀ ਵੱਖਰੀ ਹਸਤੀ ਮਹਿਸੂਸ ਹੁੰਦੀ ਹੈ, ਜਿਸ ਆਸਰੇ ਇਹ ਆਪਣੇ ਸਾਰੇ ਕਾਰਜ ਕਰਨ ਦਾ ਯਤਨ ਕਰਦਾ ਹੈ। ਸਹਿਜੇ ਸਹਿਜੇ ਆਪਣੀ ਇਹ ਹੋਂਦ ਹਉਮੈ ਰੂਪ ਵਿੱਚ ਹੋ ਕੇ ਇੰਨੀ ਪੱਕ ਜਾਂਦੀ ਹੈ ਕਿ ਪ੍ਰਭੂ ਪਰਮੇਸ਼ਰ ਜੋ ਸਭ ਕੁਝ ਕਰਨ ਕਾਰਨ ਸਮਰੱਥ ਹੈ ਉਹ ਭੁੱਲ ਜਾਂਦਾ ਹੈ। ਕਰਤੇ ਦੀ ਕਿਰਤ ਨਾਲ ਮੋਹ ਪੈ ਜਾਂਦਾ ਹੈ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦੋ ਪੰਕਤੀਆਂ ਵਿੱਚ ਹੀ ਮਾਇਆ ਦੀ ਵਿਆਖਿਆ ਕਰਕੇ ਸਾਨੂੰ ਅਗਵਾਈ ਬਖਸ਼ੀ ਹੈ ਕਿ ਨਿਰਾ ਸੋਨਾ ਚਾਂਦੀ ਜਾਂ ਸਥੂਲ ਮਾਇਆ ਹੀ ਮਾਇਆ ਨਹੀਂ, ਉਹ ਸਭ ਕੁਝ ਹੀ ਮਾਇਆ ਹੈ ਜਿਸ ਦੇ ਕਾਰਨ ਪ੍ਰਭੂ ਪਰਮੇਸ਼ਰ ਮਾਲਕ ਵਿਸਰ ਜਾਵੇ ਅਤੇ ਸੰਸਾਰ ਵਿੱਚ ਮੋਹ ਵਸ ਹੋ ਕੇ ਇਹ ਜੀਵ ਫਸ ਜਾਵੇ। ਰਾਮਕਲੀ ਮਹੱਲਾ ਤੀਜਾ ਆਨੰਦ ਸਾਹਿਬ ਦੇ ਵਿੱਚ ਪੰਨਾ 921 ਤੇ ਸਤਿਗੁਰਾਂ ਦਾ ਬਚਨ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਅਤੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ, ਦੁੱਖ ਨੂੰ ਦੂਰ ਕਰਨ ਵਾਸਤੇ ਜਦੋਂ ਮਨੁੱਖ ਆਪਣੇ ਆਸਰੇ ਹੋ ਕੇ ਕਰਮ ਕਰੇ, ਸਮਝ ਲਓ ਮਾਇਆ ਦੇ ਪ੍ਰਭਾਵ ਵਿੱਚ ਵਿਚਰ ਰਿਹਾ ਹੈ। ਤੀਸਰੇ ਗੁਰਦੇਵ ਜੀ ਦਾ ਹੀ ਹੁਕਮ ਹੈ, ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਬੱਧ ਹੈ, ਹਉਮੈ ਕਰਮ ਕਮਾਏ। ਇਹ ਮਾਇਆ ਪੰਜਾਂ ਚੋਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤ ਆਦਿਕ ਰਾਹੀਂ ਸੂਖਮ ਰੂਪ ਵਿੱਚ ਹਰ ਜੀਵ ਨੂੰ ਵਿਆਪਦੀ ਹੈ, ਪਰ ਕੋਈ ਭਾਗਾਂ ਵਾਲਾ ਹੀ ਗੁਰੂ ਜੀ ਦੇ ਓਟ ਆਸਰੇ ਨਾਲ ਬਚਦਾ ਹੈ। ਸਥੂਲ ਮਾਇਆ ਇਸੇ ਸੂਖਮ ਮਾਇਆ ਦਾ ਬਾਹਰੀ ਪੱਖ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ, ਐਸੋ ਸਮਰੱਥ ਵਰਨ ਨਾ ਸਾਕਉ, ਤਾਂ ਕਿ ਉਪਮਾ ਜਾਤ ਨਾ ਕਹਿਓਰੀ। ਇਹ ਮਾਇਆ ਕੇਵਲ ਜੀਵਾਂ ਨੂੰ ਹੀ ਨਹੀਂ ਵਿਆਪਦੀ, ਇਸ ਦੀ ਮਾਰ ਤੋਂ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਵੀ ਨਹੀਂ ਬਚ ਸਕੇ। ਕਬੀਰ ਜੀ ਨੇ ਫਰਮਾਇਆ ਹੈ, ਸਰਪਨੀ ਤੇ ਉਪਰ ਨਹੀਂ ਬਲੀਆ, ਜੈਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ, ਮੋਨ ਜੋਗੀ ਸ਼ਾਸਤਰਗ ਕਹਾਵਤ, ਸਭ ਕੀਨੇ ਬਸ ਅਪਨਹੀ, ਤੀਨ ਦੇਵ ਅਰ ਕੋੜ ਤੇ ਤੀਸਾ, ਤਿਨ ਕੀ ਹੈਰਤ ਕਛ ਨਾ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨ ਜਾਨਸ ਕੋ ਮਰਮਾ, ਗੁਰ ਕਿਰਪਾ ਤੇ ਲਹੀ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੀ ਫਰਮਾਨ ਆਸਾ ਰਾਗ ਵਿੱਚ ਹੈ ਕਿ ਐਸੀ ਇਸਤਰੀ ਇੱਕ ਰਾਮ ਉਪਾਈ, ਓਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ ਰਹਾਉ। ਪਾਈ ਠਗੌਲੀ ਸਭ ਜਗ ਜੋਇਆ, ਬ੍ਰਹਮਾ ਬਿਸ਼ਨ ਮਹਾਦੇਵ ਮੋਹਿਆ। ਧਨਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਹੁਕਮ ਕਰਦੇ ਹਨ, ਜਿਨ ਕੀਨੇ ਵਸ ਆਪਨੇ ਤ੍ਰੈ ਗੁਣ, ਭਵਨ ਚਤਰ ਸੰਸਾਰਾ, ਜਗ ਇਸ਼ਨਾਨ ਤਾਪ ਥਾਨ ਖੰਡੇ, ਕਿਆਏ ਜੰਤ ਵਿਚਾਰਾ। ਮਾਇਆ ਅਤੇ ਮਾਇਆ ਦੀ ਅਪਣੱਤ ਹੀ ਸਾਰੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਖਾਈ ਜਾ ਰਹੀ ਹੈ। ਜਿਨ੍ਹਾਂ ਨੇ ਗੁਰੂ ਜੀ ਦੇ ਦੱਸੇ ਹੁਕਮ ਅਨੁਸਾਰ ਚੱਲਣਾ ਕੀਤਾ ਹੈ ਉਹ ਬਚ ਗਏ, ਜੋ ਆਪਣੇ ਮਨ ਦੇ ਪਿੱਛੇ ਲੱਗੇ ਉਹ ਮਾਇਆ ਦੀ ਲਪੇਟ ਤੋਂ ਬਚ ਨਹੀਂ ਸਕੇ। ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਤਥਾ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰ ਖਾਏ। ਜਿਵੇਂ ਸਰਪਣੀ ਨੂੰ ਉਸਦੇ ਬੱਚੇ ਪਿਆਰ ਕਰਦੇ ਹਨ, ਸਪਣੀ ਉਹਨਾਂ ਨੂੰ ਚੱਟਦੀ ਪਿਆਰ ਕਰਦੀ ਕਰਦੀ ਆਪਣੇ ਅੰਦਰ ਹੀ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਜੋ ਮਾਇਆ ਵਿੱਚ ਲਪਾਏਮਾਨ ਹੋ ਜਾਂਦੇ ਹਨ, ਫਿਰ ਮਾਇਆ ਉਹਨਾਂ ਨੂੰ ਆਪਣੇ ਵਿੱਚ ਹੀ ਫਸਾ ਲੈਂਦੀ ਹੈ। ਬਾਬਾ ਕਬੀਰ ਜੀ ਭੈਰੋਂ ਰਾਗ ਵਿੱਚ ਫਰਮਾਨ ਕਰਦੇ ਹਨ ਕਿ ਮਨੁੱਖ ਤਾਂ ਇੱਕ ਪਾਸੇ ਰਿਹਾ, ਬਾਕੀ ਜੂਨਾਂ ਵੀ ਇਸ ਮਾਇਆ ਦੀ ਲਪੇਟ ਤੋਂ ਬਚ ਨਹੀਂ ਸਕੀਆਂ। ਭਗਤ ਜੀ ਦਾ ਭੈਰੋਂ ਰਾਗ ਵਿੱਚ ਪੰਨਾ 1160 ਤੇ ਪ੍ਰਵਾਨ ਹੈ, ਜਲ ਮਹਿਮੀਨ ਮਾਇਆ ਕੇ ਬੇਦੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੈ, ਭੁਯੰਗਮ ਭ੍ਰਿੰਗ ਮਾਇਆ ਮੈਂ ਖਾਪੈ, ਮਾਇਆ ਐਸੀ ਮੋਹਨੀ ਪਹਾਈ, ਜੇਤੇ ਜੀ ਤੇਤੇ ਡਹਿਕਾਈ ਰਹਾਉ। ਪੰਖੀ ਮ੍ਰਿਗ ਮਾਇਆ ਮਹਿਰਾਤੇ, ਸਾਕਰ ਮਾਖੀ ਅਦਕ ਸੰਤਾਪੇ, ਤੁਰੇ ਉਸ਼ਟ ਮਾਇਆ ਮਹਿ ਭੇਲਾ, ਸਿੱਧ 84 ਮਾਇਆ ਮਹਿ ਖੇਲਾ, ਛੇ ਜਤੀ
ਮਾਇਆ ਕੇ ਬੰਦਾ, ਨਵੇਂ ਨਾਥ ਸੂਰਜ ਅਰ ਚੰਦਾ। ਤਪੇ ਰਖੀਸਰ ਮਾਇਆ ਮੈਂ ਸੂਤਾ, ਮਾਇਆ ਮਹਿ ਕਾਲ ਅਰ ਪੰਚ ਦੂਤਾ। ਸਵਾਨ ਸਿਆਲ ਮਾਇਆ ਮਹਿ ਰਾਤਾ, ਬੰਤਰ ਚੀਤੇ ਅਰ ਸਿੰਘਾਤਾ। ਮਾਂਜਾਰ ਗਾਂਡਰ ਅਰ ਲੂੰਬਰਾ, ਬਿਰਖ ਮੂਲ ਮਾਇਆ ਮਹਿ ਪਰਾ। ਮਾਇਆ ਅੰਤਰ ਭੀਨੇ ਦੇਵ, ਸਾਗਰ ਇੰਦਰਾ ਅਰ ਧਰਤੀਵ। ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਇਸ ਮਾਇਆ ਵਿੱਚ ਕਿੰਨੀ ਸ਼ਕਤੀ ਹੈ, ਇਸ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ। ਸਭ ਜੀਵ ਜਾਣਦੇ ਹੋਏ ਕਿ ਮਾਇਆ ਇੱਕ ਛਲ ਹੈ, ਪਰ ਫਿਰ ਵੀ ਇਸ ਤੋਂ ਬਚ ਨਹੀਂ ਸਕਦੇ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਗੋਬਿੰਦ ਭਜਨ ਬਿਨ ਹੜਕਾ ਜਲ। ਭਾਈ ਗੁਰਦਾਸ ਜੀ ਆਪਣੇ ਕਵਿਤਾਂ ਵਿੱਚ ਫਰਮਾਨ ਕਰਦੇ ਹਨ ਕਿ ਜਿਸ ਤਰ੍ਹਾਂ ਪੋਸਤ ਪੀਣ ਵਾਲਾ ਇਹ ਜਾਣਦਾ ਹੋਇਆ ਕਿ ਇਹ ਚੰਗਾ ਨਹੀਂ, ਭੈੜੀ ਆਦਤ ਹੈ, ਪਰ ਉਸਨੂੰ ਤਿਆਗਦਾ ਨਹੀਂ, ਜਿਸ ਤਰ੍ਹਾਂ ਜੁਆਰੀ ਹਾਰ ਕੇ ਬਿਰਲਾਪ ਵੀ ਕਰਦਾ ਹੈ, ਪਰ ਜੂਆ ਖੇਡਣ ਦੀ ਆਦਤ ਨੂੰ ਨਹੀਂ ਛੱਡਦਾ, ਜਿਸ ਤਰ੍ਹਾਂ ਚੋਰ ਚੋਰੀ ਕਰਦਾ ਹਰ ਵੇਲੇ ਡਰਦਾ ਵੀ ਹੈ, ਪਰ ਮਰਨ ਤੱਕ ਚੋਰੀ ਨਹੀਂ ਤਿਆਗਦਾ, ਇਸੇ ਪ੍ਰਕਾਰ ਸਾਰੇ ਮਾਇਆ ਨੂੰ ਦੁੱਖ ਰੂਪ ਕਹਿੰਦੇ ਤਾਂ ਹਨ, ਪਰ ਇਸ ਮਾਇਆ ਉੱਪਰ ਕਿਸੇ ਨੇ ਵੀ ਵਸੀਕਾਰ ਨਹੀਂ ਪਾਇਆ, ਸਗੋਂ ਮਾਇਆ ਹੀ ਸਾਰਿਆਂ ਨੂੰ ਲੁੱਟੀ ਜਾ ਰਹੀ ਹੈ। ਜੈਸੇ ਪੋਸਤੀ ਸੁਨਤ ਕਹਿਤ ਪੋਸਤ ਬੁਰੋ, ਤਾਂ ਕਿ ਬਸ ਭਇਓ ਛਾਡਿਓ ਚਾਹੈ ਪੈ ਨਾ ਛੂਟਈ। ਜੈਸੇ ਜੂਆ ਖੇਲ ਬਿਤ ਹਾਰ ਬਿਲਖੈ ਜੁਆਰੀ, ਤਉ ਪਰ ਜੁਆਰਨ ਕੀ ਸੰਗਤ ਨ ਟੂਟਈ। ਜੈਸੇ ਚੋਰ ਚੋਰੀ ਜਾਤ ਹਿਰਦੈ ਸੰਕਾਤ ਪੁਨ, ਤਜਤ ਨ ਚੋਰੀ ਜੋ ਲਉ ਸੀਸ ਹੀ ਨ ਫੂਟਈ। ਤੈਸੇ ਸਭ ਕਹਿਤ ਸੁਨਤ ਮਾਇਆ ਦੁਖਦਾਈ, ਕਾਹੂ ਪੈ ਨਾ ਜੀਤੀ ਪਰੈ ਮਾਇਆ ਜਗ ਟਈ। ਮਾਇਆ ਦੇ ਵੱਡੇ ਕਰਿੰਦੇ ਜੋ 5 ਹਨ, ਉਹਨਾਂ ਪ੍ਰਤੀ ਵੀ ਤੀਸਰੇ ਗੁਰਦੇਵ ਜੀ ਨੇ ਸੋਰਠ ਰਾਗ ਵਿੱਚ ਸੰਕੇਤ ਦਿੱਤਾ ਹੈ ਕਿ ਇਹ 5 ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੋਰਾਂ ਵਾਂਗ ਸਾਡੇ ਹਿਰਦੇ ਵਿੱਚੋਂ ਸਾਡਾ ਆਤਮਿਕ ਖਜ਼ਾਨਾ ਅੰਮ੍ਰਿਤ ਨੂੰ ਰੂਪੀ ਨਾਮ ਰਸ ਅਤੇ ਜੀਵ ਨੂੰ ਬ੍ਰਹਮ ਬਣਾਉਣ ਵਾਲੀ ਸ਼ਕਤੀ ਨੂੰ ਬਾਹਰ ਮੁਖੀ ਰਸਾਂ ਕਸਾਂ ਰਾਹੀਂ ਚੋਰੀ ਕਰੀ ਜਾ ਰਹੇ ਹਨ, ਜਿਸ ਕਾਰਨ ਜੀਵ ਪਰਮੇਸ਼ਰ ਜੀ ਵਿੱਚ ਲੀਨ ਹੋਣ ਤੋਂ ਵਾਂਝਾ ਰਹਿ ਜਾਂਦਾ ਹੈ ਅਤੇ ਪਰਮ ਆਨੰਦ ਦੇ ਸੁੱਖ ਤੋਂ ਸਖਣਾ ਜੀਵਨ ਬਤੀਤ ਕਰਦਾ ਹੈ। ਗੁਰੂ ਅਮਰਦਾਸ ਜੀ ਦਾ ਫਰਮਾਨ ਪੰਨਾ 600 ਤੇ ਅੰਕਿਤ ਹੈ, ਇਸ ਦੇਹੀ ਅੰਦਰ 5 ਚੋਰ ਵਸੈ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਇ ਨ ਸੁਣੈ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੋਬਾਰਾ। ਤਥਾ ਪੰਚ ਦੂਤ ਮੁਹਿ ਸੰਸਾਰਾ, ਮਨਮੁਖ ਅੰਧੇ ਸੁਧ ਨ ਸਾਰਾ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ। ਮਾਰਹਿ ਲੂਟਹਿ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਇਸ ਇਕੱਲੇ ਇਕੱਲੇ ਚੋਰ ਪ੍ਰਤੀ ਵੀ ਗੁਰਦੇਵ ਜੀ ਨੇ ਸਾਨੂੰ ਸੁਚੇਤ ਕੀਤਾ ਹੈ। ਗੁਰੂ ਕੀ ਬਾਣੀ ਵਿੱਚ ਅਗਵਾਈ ਬਖਸ਼ਿਸ਼ ਕੀਤੀ ਹੈ ਕਿ ਪੰਜੇ ਸਰੀਰ ਦਾ ਵੀ ਨਾਸ਼ ਕਰਦੇ ਹਨ ਅਤੇ ਆਤਮਾ ਨੂੰ ਵੀ ਦਾਗੀ ਕਰ ਦਿੰਦੇ ਹਨ। ਇਸ ਲਈ ਇਹਨਾਂ ਦੇ ਪਿੱਛੇ ਨਹੀਂ ਭਟਕਣਾ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜੀਵਨ ਜਾਚ ਸਿੱਖਣੀ ਹੈ। ਕਾਮ ਪ੍ਰਤੀ ਸਤਿਗੁਰੂ ਜੀ ਦਾ ਫਰਮਾਨ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਹੈ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣੈ। ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਫਰਮਾਨ ਹੈ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਸ ਭਾਗੋ। ਹਿੰਡੋਲ ਰਾਗ ਬਸੰਤ ਹਿੰਡੋਲ ਵਿੱਚ ਵੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਜਾਂਤੇ ਗਹਿਓ ਨਾ ਜਾਏ। ਰਹਾਓ ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਕ੍ਰੋਧ ਵੀ ਕਾਮ ਵਾਂਗ ਹੀ ਸਰੀਰ ਨੂੰ ਗਾਲਦਾ ਹੈ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਅਤੇ ਗੁਰੂ ਅਰਜਨ ਦੇਵ ਸਾਹਿਬ ਨੇ ਹੁਕਮ ਕੀਤਾ ਹੈ, ਉਹਨਾਂ ਪਾਸ ਦੁਆਸ ਨਾ ਭਿੱਟੀਐ, ਜਿਨ ਅੰਤਰ ਕ੍ਰੋਧ ਚੰਡਾਲ। ਸਹਿਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ ਕਿ ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਿਅੰ ਕਰੋਤ ਨ੍ਰਤਯੰ ਕਰੋਤ ਚਥਾ ਮਰਕਟੈ। ਹੇ ਕਲੇਸ਼ ਦੇ ਮੁੱਢ ਕ੍ਰੋਧ, ਤੇਰੇ ਵਸ ਵਿੱਚ ਹੋਏ ਮਨੁੱਖ ਨੂੰ ਕਦੇ ਤਰਸ ਨਹੀਂ ਉਪਜਦਾ। ਜੀਵ ਦੇ ਅੰਦਰ ਗੁੱਸੇ ਦੀ ਜ਼ਹਿਰ ਭਰ ਜਾਂਦੀ ਹੈ ਤੇ ਤੂੰ ਉਸ ਜੀਵ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ, ਉਹ ਤੇਰੇ ਨਚਾਏ ਬਾਂਦਰ ਵਾਂਗ ਹੀ ਨੱਚਦਾ ਹੈ। ਲੋਭ ਪ੍ਰਤੀ ਗੁਰਬਾਣੀ ਦਾ ਫੈਸਲਾ ਹੈ, ਜੋ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ
ਨਟ ਰਾਗ ਵਿੱਚ ਸਾਡੇ ਲਈ ਅਗਵਾਈ ਦਿੱਤੀ ਹੈ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੈ ਬਿਕਾਰੇ। ਰਾਮਕਲੀ ਕੀ ਵਾਰ ਵਿੱਚ ਵੀ ਹੁਕਮ ਹੈ, ਲੱਭ ਬਣਾਹੇ ਮਾਨਸਾਂ ਜਿਉ ਪਾਣੀ ਬੂਰ। ਗੁਰੂ ਅਰਜਨ ਦੇਵ ਸਾਹਿਬ ਨੇ ਸਹਿਸਕ੍ਰਿਤੀ ਸਲੋਕਾਂ ਵਿੱਚ ਲੋਭ ਪ੍ਰਤੀ ਸਾਵਧਾਨ ਕੀਤਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲਤੇ। ਤਾਵੰਤ ਜੀਆਂ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲਤੇ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ, ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕਰੋਤ ਅਖਾਦਯੰ ਖਾਦਯੰ, ਅਸਾਜਯੰ ਸਾਜ ਸਮਝਿਆ। ਤਰਾਹੇ ਤਰਾਹੇ ਸਰਨ ਸੁਆਮੀ, ਵਿਗਿਆਪਤ ਨਾਨਕ ਹਰ ਨਰ ਹਰੈ। ਭਾਵ ਕਿ ਹੇ ਲੋਭ, ਵੱਡੇ ਵੱਡੇ ਸਿਰ ਕੱਢ ਵੀ ਤੇਰੇ ਵਿੱਚ ਗਲਤਾਨ ਹਨ। ਤੇਰੀਆਂ ਅਨੇਕ ਤਰ੍ਹਾਂ ਦੀਆਂ ਲਹਿਰਾਂ ਵਿੱਚ ਫਸੇ ਹੋਏ ਅਜੀਬ ਕੰਮ ਕਰਦੇ ਹਨ। ਤੇਰੇ ਵੱਸ ਹੋਏ ਜੀਵ ਬਹੁਤ ਨਸ ਭੱਜ ਕਰਦੇ ਹਨ, ਦੁਆਰ ਦੁਆਰ ਉੱਤੇ ਡੋਲਦੇ ਹਨ। ਜੋ ਤੇਰੇ ਵੱਸ ਵਿੱਚ ਹਨ, ਹੇ ਲੋਭ, ਤੂੰ ਉਹਨਾਂ ਜੀਵਾਂ ਨੂੰ ਨਾ ਮਾਤਾ ਪਿਤਾ ਦੀ, ਨਾ ਮਿੱਤਰਾਂ ਪਿਆਰਿਆਂ ਦੀ, ਨਾ ਸਾਕ ਸੰਬੰਧੀਆਂ ਦੀ ਸ਼ਰਮ ਰਹਿੰਦੀ ਹੈ। ਲੋਭ ਵੱਸ ਮਨੁੱਖ ਨਾ ਕਰਨੇ ਯੋਗ ਕੰਮ ਕਰ ਲੈਂਦਾ ਹੈ, ਨਾ ਖਾਣ ਯੋਗ ਪਦਾਰਥ ਖਾ ਲੈਂਦਾ ਹੈ, ਭਾਵ ਨਿਰਲੱਜ ਹੋ ਜਾਂਦਾ ਹੈ। ਸੋ ਹੇ ਨਰਹਰ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਹਾਂ, ਕਿਰਪਾ ਕਰਕੇ ਇਸ ਬੁਰੀ ਬਲਾ ਲੋਭ ਤੋਂ ਮੈਨੂੰ ਬਚਾ ਲਵੋ ਜੀ। ਮੋਹ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ, ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਤਥਾ ਪੰਕਜ ਮੋਹ ਪਗ ਨਹੀਂ ਚਾਲੈ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ, ਮੋਹ ਮਗਨ ਪਤਤ ਸੰਗ ਪ੍ਰਾਨੀ, ਐਸੇ ਮਨੈ ਬਸਾਰਨ। ਤਥਾ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਹੋਰ ਹੁਕਮ ਆਸਾ ਰਾਗ ਵਿੱਚ ਹੈ, ਮੋਹ ਅਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੈ ਰਵੈ ਸਰੀਰ ਰਹਾਉ। ਸਚ ਨਾਮ ਜਾਂ ਨਵਨਿਧ ਪਾਈ, ਰੋਵੈ ਪੂਤ ਨ ਕਲਪੈ ਮਾਈ। ਏਤਾ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਹੰਕਾਰ ਪ੍ਰਤੀ ਤਾਂ ਸਤਿਗੁਰੂ ਜੀ ਬਹੁਤ ਹੀ ਸਾਵਧਾਨ ਕਰਦੇ ਹਨ। ਸਹਿਸਕ੍ਰਿਤੀ ਸਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਮਿਤਰੰ ਤਜੰਤ ਸਤਰੰਗ ਦ੍ਰਿੜੰਤ, ਅਨਕ ਮਾਇਆ ਬਿਸਤੀਰਨੈ। ਆਵੰਤ ਜਾਵੰਤ ਥਕੰਤ ਜੀਆ, ਦੁਖ ਸੁਖ ਬਹੁ ਭੋਗਣੈ। ਭ੍ਰਮ ਭਿਆਨ ਉਧਿਆਨ ਰਮਣੰ, ਮਹਾ ਬਿਕਟ ਅਸਾਧ ਰੋਗਣੈ। ਵੈਦਯੰ ਪਾਰ ਬ੍ਰਹਮ ਪਰਮੇਸ਼ਵਰ, ਅਰਾਧ ਨਾਨਕ ਹਰ ਹਰ ਹਰੇ। ਅਰਥ, ਹੇ ਜੰਮਣ ਮਰਨ ਦੇ ਮੂਲ ਆਤਮਾ ਨੂੰ ਪਾਪਾਂ ਨਾਲ ਭ੍ਰਿਸ਼ਟ ਕਰਨ ਵਾਲੇ ਅਹੰਕਾਰ, ਤੂੰ ਅਨੇਕ ਪ੍ਰਕਾਰ ਨਾਲ ਮਾਇਆ ਦਾ ਖਿਲਾਰਾ ਖਿਲਾਰਦਾ ਹੈ, ਜਿਸ ਕਾਰਨ ਤੇਰੇ ਅਸਰ ਅਧੀਨ ਜੀਵ ਮਿੱਤਰਾਂ ਦਾ ਤਿਆਗ ਕਰ ਦਿੰਦੇ ਹਨ ਅਤੇ ਵੈਰੀਆਂ ਨਾਲ ਮਿੱਤਰਤਾ ਪਾ ਲੈਂਦੇ ਹਨ। ਤੇਰੇ ਵੱਸ ਹੋਏ ਜੀਵ ਆਉਂਦੇ ਜਾਂਦੇ, ਭਾਵ ਜੰਮਦੇ ਮਰਦੇ, ਆਖਰ ਥੱਕ ਜਾਂਦੇ ਹਨ। ਸੁੱਖ ਦੇ ਭੁਲੇਖੇ ਬਹੁਤ ਦੁੱਖ ਭੋਗਦੇ ਹਨ। ਜੋ ਤੇਰੇ ਵੱਸ ਵਿੱਚ ਹਨ, ਉਹ ਭਰਮ ਦੇ ਭਿਆਨਕ ਜੰਗਲ ਵਿੱਚ ਭਟਕਦੇ ਰਹਿੰਦੇ ਹਨ। ਤੂੰ ਜੀਵਾਂ ਨੂੰ ਲਾ ਇਲਾਜ ਭਿਆਨਕ ਰੋਗ ਹੋ ਕੇ ਚੰਬੜਿਆ ਹੋਇਆ ਹੈ। ਹੇ ਜੀਵ, ਇਸ ਅਸਾਧ ਰੋਗ ਦੇ ਕੱਟਣ ਵਾਲੇ ਪ੍ਰਭੂ ਪਰਮੇਸ਼ਰ ਜੀ ਹੀ ਹਨ। ਇਸ ਲਈ ਉਹਨਾਂ ਦੇ ਜਾਪ ਨੂੰ ਨਿਰੰਤਰ ਜਪਣਾ ਚਾਹੀਦਾ ਹੈ। ਹੋਰ ਹੁਕਮ ਹੈ, ਜੇ ਕੋ ਬਹੁਤ ਕਰੇ ਅਹੰਕਾਰ, ਉਹ ਖਿਨਮੈ ਰੁਲਤਾ ਖਾਕੂ ਨਾਲ। ਅਤਵਾ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਅਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮੈ ਫਿਰ ਆਵੈ। ਅਤੇ ਜਿਸ ਹਿਰਦੇ ਵਿੱਚ ਹੰਕਾਰ ਹੈ, ਉੱਥੇ ਨਾਮ ਦਾ ਵਾਸਾ ਨਹੀਂ ਹੋ ਸਕਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਇਸੇ ਹੀ ਸ਼ਬਦ ਦੇ ਅਖੀਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵੀ ਫਰਮਾਇਆ ਹੈ ਕਿ ਹੰਕਾਰੀ ਮਨੁੱਖ ਭਗਤੀ ਨਹੀਂ ਕਰ ਸਕਦਾ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ। ਹਉਮੈ ਵਿੱਚ ਜੀਓ ਬੰਧ ਹੈ, ਨਾਮ ਨਾ ਵਸੈ ਮਨ ਆਏ। ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਏ। ਸੱਚ ਕਮਾਵੈ ਸੱਚ ਰਹੈ, ਸੱਚੇ ਸੇਵ ਸਮਾਏ। ਸੋ ਇਹਨਾਂ ਪੰਜਾਂ ਦੇ ਰਾਹੀਂ ਮਨੁੱਖ ਨੂੰ ਐਸੀ ਮਾਇਆ ਵਿਆਪਤੀ ਹੈ ਕਿ ਉਹ ਆਪਣੇ ਅਸਲ ਨਿਸ਼ਾਨੇ ਤੋਂ ਥਿੜਕ ਜਾਂਦਾ ਹੈ। ਨਾਮ ਰਸ, ਆਤਮਕ ਰੰਗ ਅਤੇ ਇਲਾਹੀ ਵਿਸਮਾਦ ਤੋਂ ਕਈ ਵਾਰ ਵਾਂਝਾ ਹੀ ਰਹਿ ਜਾਂਦਾ ਹੈ। ਫਿਰ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਜੇਕਰ ਮਾਇਆ ਹਰ ਜੀਵ 'ਤੇ ਅਸਰ ਕਰਦੀ ਹੈ, ਵੱਡੇ ਵੱਡੇ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ, ਤਾਂ ਕੀ ਇਸ ਮਾਇਆ ਦੇ ਬਚਣ ਦਾ ਕੋਈ ਸਾਧਨ ਜਾਂ ਤਰੀਕਾ ਨਹੀਂ? ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਅਗਵਾਈ ਦਿੱਤੀ ਹੈ ਕਿ ਇਹ ਜੀਵ, ਇਹ ਮਾਇਆ ਨਾ ਤਾਂ ਮਰਨੀ ਹੈ ਤੇ ਨਾ ਹੀ ਇਸ ਨੂੰ ਕਿਸੇ ਹੱਟੀ 'ਤੇ ਵੇਚ ਕੇ ਖਤਮ ਕੀਤਾ ਜਾ ਸਕਦਾ ਹੈ। ਕੇਵਲ ਤੇ ਕੇਵਲ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੇਵਲ ਛੁਟਕਾਰਾ ਹੀ ਨਹੀਂ ਪਾਇਆ ਜਾ ਸਕਦਾ, ਸਗੋਂ ਇਸ ਮਾਇਆ ਨੂੰ ਚੰਗੀ ਤਰ੍ਹਾਂ ਸਾੜਿਆ ਵੀ ਜਾ ਸਕਦਾ ਹੈ। ਇਸ ਤੋਂ ਬਾਅਦ ਆਤਮਾ ਉੱਜਲ ਪਵਿੱਤਰ ਹੋ ਜਾਂਦੀ ਹੈ, ਜਿਸ ਸਦਕਾ ਪ੍ਰਭੂ ਦੇ ਨਾਮ ਰਸ ਨੂੰ ਮਾਣਿਆ ਜਾ ਸਕਦਾ ਹੈ ਅਤੇ ਪ੍ਰਭੂ ਜੀ ਜੀਵਨ ਮੁਕਤੀ ਦੀ ਦਾਤ ਬਖਸ਼ ਦਿੰਦੇ ਹਨ। ਹਉਮੈ ਮਾਇਆ ਮੋਹਣੀ ਦੂਜਾ ਲੱਗਿਆ ਜਾਏ, ਨਾ ਇਹ ਮਾਰੀ ਨਾ ਮਰੈ, ਨਾ ਇਹ ਹਟ ਵਿਕਾਏ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਸੂਹੀ ਰਾਗ ਵਿੱਚ 776 ਪੰਨੇ ਤੇ ਹੁਕਮ ਕਰਦੇ ਹਨ। ਮਾਰਿਹ ਸਵੇ ਜਨ ਹਉਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨ ਦਿੱਤੀਆ। ਦੇਹ ਕੰਚਨ ਵੇ ਵੰਨੀਆਂ, ਇਨ ਹਉਮੈ ਮਾਰ ਵਿਗੁਤੀਆ। ਮੋਹ ਮਾਇਆ ਵੇ ਸਭ ਕਾਲ ਖਾ, ਇਨ ਮਨਮੁਖ ਮੂੜ ਸਜੁਤੀਆ। ਜਨ ਨਾਨਕ ਗੁਰਮੁਖ ਉਬਰੇ, ਗੁਰ ਸ਼ਬਦੀ ਹਉਮੈ ਛੁਟੀਆ। ਹੇ ਭਾਈ, ਇਸ ਹਉਮੈ ਨੇ, ਇਸ ਮਾਇਆ ਨੇ ਜੀਵ ਨੂੰ ਕਦੇ ਆਪਣੇ ਅਸਲੇ ਭਾਵ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ। ਇਹ ਸਰੀਰ ਸੋਨੇ ਵਰਗਾ ਕੀਮਤੀ ਸੀ, ਪਰ ਇਸ ਹਉਮੈ ਨੇ ਮਾਰ ਕੇ ਖੁਆਰ ਕਰ ਦਿੱਤਾ ਹੈ। ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਇਸ ਮੂਰਖ ਮਨਮੁਖ ਨੇ ਇਸ ਮਾਇਆ ਰੂਪੀ ਕਾਲਖ ਨਾਲ ਹੀ ਆਪ ਨੂੰ ਜੋੜ ਰੱਖਿਆ ਹੈ। ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰ ਸ਼ਬਦ ਦੀ ਕਮਾਈ ਕੀਤੀ, ਉਹ ਹਉਮੈ ਤੇ ਮਾਇਆ ਤੋਂ ਆਜ਼ਾਦ ਹੋ ਗਏ ਹਨ। ਤੀਸਰੇ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਾਇਆ ਤੋਂ ਛੁਟਕਾਰਾ ਪਾਉਣ ਲਈ ਰਸਤਾ ਦਰਸਾਉਂਦੇ ਹਨ ਕਿ ਪਿਆਰ ਦੇ ਨਾਲ ਗੁਰੂ ਜੀ ਦੇ ਸ਼ਬਦ ਦੀ ਭਗਤੀ ਕਰਨ ਨਾਲ, ਗੁਰੂ ਕੇ ਸ਼ਬਦ ਦੀ ਕਮਾਈ ਕਰਨ ਨਾਲ ਮਾਇਆ ਦਾ ਭਰਮ ਸੜ ਜਾਂਦਾ ਹੈ ਅਤੇ ਅਸਲੀਅਤ ਪ੍ਰਗਟ ਹੋ ਜਾਂਦੀ ਹੈ। ਸ੍ਰੀ ਰਾਗ ਵਿੱਚ ਤੀਸਰੇ ਗੁਰਦੇਵ ਜੀ ਦਾ ਫਰਮਾਨ ਹੈ, ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦਾ ਥਾਂ ਨਾ ਪਾਏ। ਸਬਦੇ ਹਉਮੈ ਮਾਰੀਐ, ਮਾਇਆ ਕਾ ਭ੍ਰਮ ਜਾਏ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਪੰਜਵੇਂ ਸਤਿਗੁਰੂ ਜੀ ਵੀ ਦੱਸਦੇ ਹਨ ਕਿ ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਨੇ ਇਹ ਮਾਇਆ ਰੂਪੀ ਤਮਾਸ਼ੇ ਦੀ ਸਾਨੂੰ ਸੋਝੀ ਦੇ ਦਿੱਤੀ, ਜਿਸ ਮਾਇਆ ਦੀ ਲੁਕਮੀ ਅੱਗ ਵਿੱਚ ਸਾਰਾ ਸੰਸਾਰ ਸੜ ਬਲ ਰਿਹਾ ਹੈ। ਭਗਤੀ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਮਾਇਆ ਦੇ ਸੇਕ ਤੋਂ ਬਚਾ ਲਿਆ ਹੈ। ਧਨਾਸਰੀ ਰਾਗ ਵਿੱਚ ਪੰਨਾ 673 ਤੇ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਇਹੋ ਚਲਤ ਦਿਖਾਇਆ। ਗੁੱਜੀ ਭਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅਤੇ ਹੁਕਮ ਕੀਤਾ ਹੈ ਕਿ ਇਹ ਜਗ ਜਲਤਾ ਦੇਖ ਕੇ ਭਜ ਪੈ ਹਰ ਸਰਣਾਈ ਰਾਮ। ਅਰਦਾਸ ਕਰੀ ਗੁਰ ਪੂਰੈ ਆਗੈ, ਰੱਖ ਲੇਵੋ ਦੇਹੋ ਵਡਾਈ ਰਾਮ। ਨੌਵੇਂ ਗੁਰਦੇਵ ਜੀ ਇਸੇ ਦੀ ਹੀ ਪ੍ਰੋੜਤਾ ਕਰਦੇ ਹਨ ਕਿ ਜੇ ਮਨੁੱਖ ਪ੍ਰਭੂ ਜੀ ਦੀ ਭਗਤੀ ਦੇ ਰਸਤੇ ਨੂੰ ਫੜ ਲਵੇ ਅਤੇ ਭਗਤੀ ਕਰਨ ਲੱਗ ਜਾਵੇ, ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਗੁਣ ਗਾਵੇ, ਤਾਂ ਇਸ ਜੀਵ ਦਾ ਭਟਕਦਾ ਮਨ ਟਿਕ ਸਕਦਾ ਹੈ। ਮਾਇਆ ਦੀ ਮਮਤਾ ਵੀ ਹਿਰਦੇ ਵਿੱਚੋਂ ਦੂਰ ਹੋ ਸਕਦੀ ਹੈ। ਹਿਰਦੇ ਵਿੱਚ ਵਿਵੇਕ ਬੁੱਧੀ ਪ੍ਰਵੇਸ਼ ਕਰ ਜਾਂਦੀ ਹੈ। ਲੋਭ ਅਤੇ ਮੋਹ ਜੋ ਮਾਇਆ ਵਿੱਚ ਫਸਾਉਣ ਵਾਲੇ ਦੂਤ ਹਨ, ਉਹ ਨਜ਼ਦੀਕ ਨਹੀਂ ਆ ਸਕਦੇ। ਜਨਮ ਦਾ ਜੋ ਸਹਿਸਾ ਬਣਿਆ ਹੋਇਆ ਸੀ, ਜਿਸ ਕਾਰਨ ਮਨ ਮਲੀਨ ਸੀ, ਸਹਿਸੇ ਜਿਉ ਮਲੀਨ ਹੈ, ਉਹ ਵੀ ਦੂਰ ਹੋ ਗਿਆ। ਮਨ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ। ਤ੍ਰਿਸ਼ਨਾ ਕਰਕੇ ਹੀ ਅਸ਼ਾਂਤੀ ਸੀ। ਜਦ ਤ੍ਰਿਸ਼ਨਾ ਖਤਮ ਹੋ ਗਈ, ਆਤਮਕ ਸੁੱਖ, ਸਦੀਵੀ ਸੁੱਖ ਪ੍ਰਾਪਤ ਹੋ ਗਿਆ। ਪਰ ਇਹ ਨਾਮ ਰੂਪੀ ਧਨ ਗੁਰੂ ਜੀ ਦੀ ਮਿਹਰ ਸਦਕਾ ਹੀ ਇਸ ਜੀਵ ਨੂੰ ਪ੍ਰਾਪਤ ਹੋ ਸਕਦਾ ਹੈ। ਬਸੰਤ ਰਾਗ ਵਿੱਚ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਬਿਸਰਾਮ ਰਹਾਓ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਗਲ ਬਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾਂ ਕਉ ਹੋਤ ਦਇਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਉ ਨਾਨਕ ਇਹ ਬਿਦ ਕੀ ਸੰਪੈ, ਕੋਊ ਗੁਰਮੁਖ ਪਾਵੈ। ਸਤਿਗੁਰੂ ਗੁਰਦੇਵ ਨਾਨਕ ਦੇਵ ਜੀ ਨੇ ਮਨ ਦੇ ਉੱਪਰ ਜੋ ਮਾਇਆ ਦਾ ਭਰਮ ਭੁਲੇਖਾ ਪਿਆ ਹੋਇਆ ਹੈ, ਉਸ ਨੂੰ ਦੂਰ ਕਰਨ ਲਈ ਦੋ ਸਾਧਨ ਇਸ ਜੀਵ ਨੂੰ ਦੱਸੇ ਹਨ ਕਿ ਹੇ ਜੀਵ, ਜੇ ਆਤਮਾ ਸਾਫ਼ ਕਰਨੀ ਹੈ, ਅਸਲੀਅਤ ਨੂੰ ਪਛਾਣ ਕੇ ਆਤਮਕ ਆਨੰਦ ਮਾਣਨਾ ਚਾਹੁੰਦਾ ਹੈ, ਤਾਂ ਇੰਜ ਕਰ, ਮਨ ਨੂੰ ਉਸ ਪਰਮੇਸ਼ਰ ਦਾ ਵਪਾਰੀ ਬਣਾ ਕੇ, ਉਸ ਪਰਮੇਸ਼ਰ ਦਾ ਗੁਮਾਸ਼ਤਾ ਬਣਾ ਕੇ, ਉਹ ਵਾਹਿਗੁਰੂ ਜੀ ਨੂੰ ਆਪਣਾ ਮਾਲਕ ਜਾਣ ਕੇ ਅਰਦਾਸ ਕਰ ਅਤੇ ਜਸ
ਭਾਵ ਸਿਫਤ ਰੂਪੀ ਨਾਮ ਦੀ ਰਾਸ ਨੂੰ ਇਕੱਠੀ ਕਰ। ਜੇ ਕਿਸੇ ਕਿਸਮ ਦੀ ਅੜਚਣ ਨਾਮ ਰਸ ਵਿਹਾਜਣ ਲਈ ਪੈਂਦੀ ਹੈ ਤਦ ਵਾਹਿਗੁਰੂ ਜੀ ਨੂੰ ਆਪਾ ਸਮਰਪਿਤ ਕਰਕੇ ਅਰਦਾਸ ਕਰਿਆ ਕਰ, ਕਿਉਂਕਿ ਅਰਦਾਸ ਵਿੱਚ ਬਹੁਤ ਵੱਡੀ ਤਾਕਤ ਹੈ। ਜਿੱਥੇ ਜੀਵ ਦਾ ਆਪਣਾ ਬਲ ਕੁਝ ਨਾ ਸਾਰੇ, ਉੱਥੇ ਪ੍ਰਭੂ ਪਰਾਇਣ ਹੋ ਕੇ ਕੀਤੀ ਅਰਦਾਸ ਰੰਗ ਲਿਆਉਂਦੀ ਹੈ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਕਈ ਵਾਰ ਇਹ ਜੀਵ ਸਥੂਲ ਮਾਇਆ ਤੋਂ ਬਚਣ ਵਾਸਤੇ ਸ਼ੁਭ ਕਰਮ ਕਰਦੇ ਕਰਦੇ ਸੂਖਮ ਮਾਇਆ ਦੀ ਲਪੇਟ ਵਿੱਚ ਆ ਜਾਂਦਾ ਹੈ। ਜਿਵੇਂ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਹੈ, ਕਬੀਰ ਮਾਇਆ ਤਜੀ ਤਾਂ ਕਿਆ ਬਹਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਜਪ ਤਪ ਦਾ ਮਾਣ, ਨਿਤਨੇਮ ਦਾ ਮਾਣ, ਸ਼ੁਭ ਕਰਮਾਂ ਦਾ ਮਾਣ, ਨਾਮ ਸਿਮਰਨ ਦਾ ਮਾਣ, ਪੁੰਨ ਦਾਨ ਦਾ ਮਾਣ, ਤੀਰਥ ਯਾਤਰਾ ਦਾ ਮਾਣ, ਪਰ ਉਪਕਾਰੀ ਹੋਣ ਦਾ ਮਾਣ ਅਤੇ ਹੋਰ ਬੇਅੰਤ ਸ਼ੁਭ ਕਰਮਾਂ ਦੇ ਮਾਣ ਕਰਨ ਨਾਲ ਆਤਮਾ ਉੱਪਰ ਸੂਖਸ਼ਮ ਮੈਲ ਲੱਗ ਜਾਂਦੀ ਹੈ, ਜਿਸ ਤੋਂ ਤਾਂ ਕੋਈ ਭਾਗਾਂ ਵਾਲਾ ਵਿਰਲਾ ਹੀ ਬਚਦਾ ਹੈ। ਹਮ ਬਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਜਿਵੇਂ ਰਾਮਕਲੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਇਹ ਫਰਮਾਨ ਹੈ। ਇਸ ਸੂਖਮ ਮਾਣ ਤੋਂ ਛੁਟਕਾਰਾ ਕੇਵਲ ਤੇ ਕੇਵਲ ਪੂਰੇ ਗੁਰੂ ਦੀ ਸ਼ਰਨ ਵਿੱਚ ਸੰਪੂਰਨ ਤੌਰ ਤੇ ਆਉਣ ਅਤੇ ਸ਼ਬਦ ਦੀ ਕਮਾਈ ਨਾਲ ਹੀ ਹੁੰਦਾ ਹੈ। ਜਨ ਨਾਨਕ ਗੁਰਮੁਖ ਉਭਰੇ, ਗੁਰ ਸ਼ਬਦੀ ਹਉਮੈ ਛੁੱਟੀਆ। ਅਰਦਾਸ ਕਿਵੇਂ ਕਰਨੀ ਹੈ? ਆਪਾ ਭਾਵ ਤਿਆਗ ਕੇ, ਪਰਮੇਸ਼ਰ ਪਰਾਇਣ ਹੋ ਕੇ। ਅਰਦਾਸ ਦਾ ਵੀ ਮਾਣ ਨਹੀਂ ਕਰਨਾ। ਇਸ ਦਰ ਤਾਂ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ ਮਿਲਦੀ ਹੈ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ। ਇਹ ਆਸ ਰੱਖ ਕੇ ਅਰਦਾਸ ਕਰਨੀ ਹੈ ਕਿ ਦਾਤਾ ਕਿਸੀ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ। ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਵੀ ਤੇਰੇ ਚੇਰੇ ਰਾਮ। ਤਥਾ ਇਸੇ ਪ੍ਰਕਾਰ ਅਰਦਾਸ ਕਰਨ ਦੀ ਜਾਚ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਧਨਾਸਰੀ ਰਾਗ ਵਿੱਚ ਦੱਸੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ ਰਹਾਓ। ਕੋਟ ਪਰਾਧ ਹਮਾਰੇ ਖੰਡਹੁ, ਅਨਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਆਪਣੇ ਆਪ ਨੂੰ ਗੁਨਾਹਗਾਰ ਮੰਨ ਕੇ ਢਹਿ ਕੇ ਬੇਨਤੀ ਕਰਨੀ ਹੈ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ। ਜਿਉ ਭਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ। ਮੋਹਿ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਾਕੋ ਤੁਮਰੀ ਕਾਲ। ਤੁਮਰੀ ਗਤ ਮਿਤ ਤੁਮ ਹੀ ਜਾਨੋ, ਜੀਉ ਪਿੰਡ ਸਭ ਤੁਮਰੋ ਮਾਲ। ਅੰਤਰ ਜਾਮੀ ਪੁਰਖ ਸੁਆਮੀ, ਅਨਬੋਲਤ ਹੀ ਜਾਨੋ ਹਾਲ। ਤਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀਓ ਨਦਰ ਨਿਹਾਲ। ਮੇਲ ਲਿਓ ਦਇਆਲ ਢਹਿ ਪਏ ਦੁਆਰਿਆ, ਰਖ ਲੇ ਬਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਚਲ ਤੇਰਾ ਬਿਰਦ, ਹਰ ਪਤ ਤੇ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਬਸ ਪ੍ਰਭੂ ਦਰ ਤਾਂ ਇਹੀ ਅਰਦਾਸ ਕਰਨੀ ਬਣਦੀ ਹੈ ਕਿ ਹੇ ਦਾਤਾ ਜੀ, ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਤੇ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਰਦਾਸ ਕਰਨ ਦਾ ਢੰਗ
36ਵੀਂ ਵਾਰ ਦੀ 21ਵੀਂ ਪੌੜੀ ਵਿੱਚ ਦਰਸਾਇਆ ਹੈ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੂਆ ਰਹਉ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸ਼ਵਾਸ ਘਾਤੀ ਅਕਿਰਤ ਕਹਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਉਹ ਦਰ ਤਾਂ ਇਹ ਹੀ ਕਹਿਣਾ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਤੋ ਪੈ ਸੁਆਮੀ, ਮਾਨਸ ਕੀ ਗਤ ਇਹੀ। ਅਤੇ ਤੁਮ ਸਮਰੱਥਾ ਕਾਰਨ ਕਰਨ, ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ ਰਹਾਉ। ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ, ਠੌਰ ਨਾਹੀ ਕਛ ਢੀਠ ਮੁਕਰਨ। ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਘਾ ਤੇਰੋ ਨਾਮ ਹਰਨ। ਹਮਰੋ ਸੁਹਾਉ ਸਦਾ ਸਦ ਭੂਲਣ, ਤੁਮਰੋ ਬਿਰਦ ਪਤਤ ਉਧਰਨ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਕੁਚਲ ਕਠੋਰ ਕਪਟ ਕਾਮੀ, ਜਿਉ ਜਾਨੋ ਤਿਉ ਧਾਰ ਸੁਆਮੀ। ਰਹਾਉ ਤੂੰ ਸਮਰੱਥ ਸਰਨ ਜੋਗ ਤੂੰ, ਰੱਖ ਹੈ ਆਪਣੀ ਕਲ ਧਾਰ। ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਵਿਦੇ ਛੁਟਕਾਰ। ਗਰਤ ਘੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਅਤੇ ਮੁਖ ਅਵਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨ ਜਾਨਉ, ਬਾਪ ਬੀਠਲਾ ਬਾਂਹ ਦੇ। ਇਹ ਤਾਦਕ ਭਾਵਾਂ ਨਾਲ ਕੀਤੀ ਅਰਦਾਸ ਨਾਲ ਮਨ ਉੱਪਰ ਮੈਲ ਨਹੀਂ ਲੱਗਦੀ, ਮਨ ਵਿੱਚ ਨਿਮਰਤਾ ਤਥਾ ਦਾਸਾ ਭਾਵ ਪ੍ਰਵੇਸ਼ ਕਰਦਾ ਹੈ। ਤਦ ਹੀ ਬਾਬਾ ਜੀ ਨੂੰ ਸਤਿਗੁਰੂ ਜੀ ਨੇ ਸਾਵਧਾਨ ਕੀਤਾ ਸੀ ਕਿ ਤੁਸੀਂ ਹਰ ਪ੍ਰਕਾਰ ਦੀ ਮਾਇਆ ਤੋਂ ਬਚਣਾ ਹੈ। ਬਚਾਓ ਕਿਵੇਂ ਹੋਇਆ? ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾ ਭਾਵ ਗਵਾ ਕੇ ਆਪਾ ਸਮਰਪਣ ਕਰ ਅਰਦਾਸ ਕਰਨ ਦੇ ਨਾਲ। ਜਦੋਂ ਸਾਰੇ ਆਸਰੇ ਛੱਡ ਕੇ ਬਾਬਾ ਜੀ ਨੇ ਪ੍ਰਭੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਆਪ ਹੀ ਇਸ ਮਾਇਆ ਤੋਂ ਹੱਥ ਦੇ ਕਰਕੇ ਰੱਖਿਆ ਕਰਨਾ ਕਰੋ, ਤਾਂ ਸਤਿਗੁਰੂ ਜੀ ਨੇ ਹੱਥ ਦੇ ਕੇ ਮਾਇਆ ਦੇ ਪ੍ਰਭਾਵ ਤੋਂ ਰੱਖਿਆ ਕੀਤੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਸੁਲਤਾਨਪੁਰ ਨੂੰ ਵਿਦਾ ਹੋਣ ਲੱਗੇ ਤਾਂ ਰਾਏ ਬੁਲਾਰ ਜੋ ਸਤਿਗੁਰੂ ਜੀ ਦਾ ਅਨੰਨ ਸੇਵਕ ਸੀ, ਉਸ ਨੇ ਹੱਥ ਜੋੜ ਕੇ ਬਿਨੈ ਕੀਤੀ, ਜੀ ਹਜੂਰ ਦਾ ਮੇਰੇ ਲਈ ਕੀ ਹੁਕਮ ਹੈ? ਸਤਿਗੁਰਾਂ ਮੁਸਕਰਾ ਕੇ ਫਰਮਾਇਆ, ਅਹੇ ਰਾਏ, ਜੇ ਤੂੰ ਮੰਨੇ ਤਾਂ ਮੇਰਾ ਇਹ ਹੁਕਮ ਹੈ, ਜਦੋਂ ਤੇਰਾ ਆਪਣਾ ਬਲ ਕੰਮ ਨਾ ਸਾਰ ਸਕੇ, ਦੋਵੇਂ ਹੱਥ ਜੋੜ ਕੇ ਕਰਤਾਰ ਦੀ ਸ਼ਰਣੀ ਪੈ ਜਾਵੀਂ ਤੇ ਅਰਦਾਸ ਕਰੀਂ, ਕਰਤਾਰ ਬੌੜੀ ਕਰੇਗਾ। ਅਰਦਾਸ ਕਰਨ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਨਾ ਹੀ ਉਸ ਪ੍ਰਭੂ ਨੂੰ ਰਿਝਾਵਣ ਲਈ ਕੋਈ ਖਾਸ ਸ਼ਬਦਾਂ ਦੀ ਲੋੜ ਹੈ। ਲੋੜ ਹੈ ਤਾਂ ਕੇਵਲ ਅੰਤਰ ਆਤਮੇ ਨਿਮਾਣੇ ਨਿਤਾਣੇ ਨਿਓਟੇ ਨਿਆਸਰੇ ਬਣਨ ਦੀ। ਫਿਰ ਸਤਿਗੁਰੂ ਜੀ ਦਾ ਹੁਕਮ ਹੈ, ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ। ਅਤੇ ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ, ਜੋ ਤੇਰੀ ਸ਼ਰਨਾਗਤੀ ਤਿਨ ਲੈ ਛਡਾਈ। ਬਾਬਾ ਜੀ ਨੇ ਆਪਣਾ ਸਾਰਾ ਜੀਵਨ ਗੁਰੂ ਵਾਕਾਂ ਨੂੰ ਸਫਲ ਕਰਦੇ ਹੋਏ ਬਤੀਤ ਕੀਤਾ। ਗੁਰੂ ਆਸਰੇ ਹੋ ਕੇ ਵਿਚਰਨ ਸਦਕਾ ਸਥੂਲ ਅਤੇ ਸੂਖਮ ਮਾਇਆ ਆਪ ਜੀ ਦੇ ਉੱਤਰ ਕਿਸੇ ਕਿਸਮ ਦਾ ਅਸਰ ਨਾ ਪਾ ਸਕੀ। ਆਪ ਜੀ ਨੇ ਇਹਨਾਂ ਗੁਰਵਾਕਾਂ ਨੂੰ ਅਨੁਸਾਰ ਮਾਇਆ ਤੋਂ ਨਿਰਲੇਪ ਸਾਰਾ ਜੀਵਨ ਬਤੀਤ ਕੀਤਾ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ। ਨਾਨਕ ਨਾਮ ਬਖਾਣੈ, ਰਹਿ ਇਕਾਂਤ ਏਕੋ ਮਨ ਵਸਿਆ। ਆਸਾ ਮਹਿ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ। ਨਾਨਕ ਤਾਂ